ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਜਿਸ ਪ੍ਰਕਾਰ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਜੋ ਪਾਵਨ ਸੰਥਿਆ ਵਿਚਾਰ ਪ੍ਰਾਰੰਭ ਹੋਈ ਹੈ, ਜਿਸ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤੀ ਕਰਦਿਆਂ ਹੋਇਆਂ, ਨਮਸਕਾਰ ਰੂਪ ਦੇ ਅੰਦਰ ਬੇਨਤੀਆਂ ਕਰਦਿਆਂ ਹੋਇਆਂ ਪਰਮੇਸ਼ਰ ਵਾਹਿਗੁਰੂ ਦੀ ਉਸਤਤੀ ਕਰਦੇ ਆ ਰਹੇ ਹਨ। ਜਿਸ ਪ੍ਰਕਾਰ ਅੱਗੇ ਭੁਜੰਗ ਪ੍ਰਿਆਤ ਜੋ ਛੰਦ ਹੈ ਉਸ ਦੀ ਪ੍ਰਾਰੰਭਤਾ ਹੋਣ ਲੱਗੀ ਹੈ, ਜਿਸ ਦੇ ਅੰਦਰ ਫਿਰ ਸਤਿਗੁਰਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ ਔਰ ਨਾਲ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਨਾਮ ਨੇ, ਕਿਰਤਮ ਨਾਮ ਨੇ, ਜਿਹੜੇ ਕਿਰਿਆ ਕਰਕੇ ਨਾਮ ਪਏ ਹੋਏ ਨੇ, ਉਹਨਾਂ ਨੂੰ ਉਚਾਰਨ ਕਰਦਿਆਂ ਹੋਇਆਂ ਨਾਲ ਜੋ ਨਮਸਕਾਰਾਂ ਹਨ ਉਹ ਕੀਤੀਆਂ ਹਨ। ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਦੇ ਬੇਅੰਤ ਸ਼ਬਦ, ਬੇਅੰਤ ਪੰਕਤੀਆਂ ਆਪਾਂ ਪੜ੍ਹਦੇ ਸੁਣਦੇ ਹਾਂ। ਕਈ ਵਾਰ ਕੁਝ ਜੋ ਮਨੁੱਖ ਹਨ ਉਹਨਾਂ ਦੀ ਇਹ ਵੀ ਵਿਚਾਰ ਸ਼ਰਵਣ ਕਰਨ ਨੂੰ ਮਿਲਦੀ ਹੈ ਕਿ ਇਹ ਜਿਹੜੀ ਜਾਪ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜਿਹੜੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਇੱਕ ਰੂਪ ਨਹੀਂ। ਪਰ ਜਦੋਂ ਅਸੀਂ ਵਿਚਾਰ ਦ੍ਰਿਸ਼ਟੀ ਦੇ ਨਾਲ ਦੇਖਦੇ ਹਾਂ ਔਰ ਸਾਨੂੰ ਇਹ ਸਮਝ ਗੋਚਰੇ ਹੁੰਦਾ ਕਿ ਜਿਹੜਾ ਸਿਧਾਂਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹੀ ਜਾਪ ਸਾਹਿਬ ਬਾਣੀ ਦੇ ਵਿੱਚ ਹੈ, ਔਰ ਉਹੀ ਜੋ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਦੇ ਅੰਦਰ ਵੀ ਬਿਲਕੁਲ ਉਹੀ ਸਿਧਾਂਤ ਸਾਨੂੰ ਪੜ੍ਹਨ ਸੁਣਨ ਨੂੰ ਮਿਲਦਾ ਹੈ। ਜਿਵੇਂ ਇੱਥੇ ਨਮਸਕਾਰਾਂ ਕੀਤੀਆਂ ਨੇ, ਉਸੇ ਪ੍ਰਕਾਰ ਹੀ ਜਿਵੇਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਆਮ ਹੀ ਵਾਕ ਪੜ੍ਹਦੇ ਹਾਂ ਕਿ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿ ਨਾਲੇ ਤਾਂ ਪਰਮੇਸ਼ਰ ਵਾਹਿਗੁਰੂ ਨੂੰ ਸਮਰੱਥ ਜਣਾ ਦਿੱਤਾ, ਭਾਵ ਉਸ ਦੇ ਗੁਣਾਂ ਦਾ ਗਾਇਨ ਕੀਤਾ, ਔਰ ਨਾਲ ਹੀ ਡੰਡੌਤ ਬੰਦਨ ਭਾਵ ਉਹਨੂੰ ਡੰਡੇ ਵੱਤ ਲੰਬੇ ਪੈ ਕਰਕੇ ਨਮਸਕਾਰ ਕਰਨ ਦਾ ਜ਼ਿਕਰ ਕੀਤਾ। ਇੱਦਾਂ ਅਸੀਂ ਜਦੋਂ ਹੋਰ ਪੰਕਤੀਆਂ ਦਾ ਵੀ ਵਿਚਾਰ ਦੇਖਦੇ ਹਾਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਅੰਦਰ ਇਹ ਵੀ ਬਚਨ ਉਚਾਰਨ ਕੀਤੇ ਨੇ ਕਿ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਓ ਬਾਰੈ। ਸੋ ਇਸ ਪ੍ਰਕਾਰ ਵਾਰ ਗੁਰਬਾਣੀ ਦੇ ਅੰਦਰ, ਔਰ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਬਚਨ ਲਿਖੇ ਹਨ, ਜੋ ਵਾਰਾਂ ਦੀ ਜਦੋਂ ਪ੍ਰਾਰੰਭਤਾ ਹੁੰਦੀ ਹੈ ਪਹਿਲਾਂ ਹੀ ਇਹ ਪੌੜੀ ਦੇ ਅੰਦਰ ਜੋ ਬਚਨ ਆਉਂਦੇ ਨੇ ਉਹ ਹਨ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਇਸ ਪ੍ਰਕਾਰ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ, ਭਾਵ ਨਮਸਕਾਰਾਂ ਦੀ ਇੱਕ ਧਰਮ ਦੇ ਅੰਦਰ ਵਿਸ਼ੇਸ਼ ਮਹਾਨਤਾ ਹੈ। ਅਤੇ ਜਿਵੇਂ ਅਸੀਂ ਹੋਰ ਜਗ੍ਹਾ ਦੇ ਉੱਪਰ ਵੀ ਇਹ ਪਾਵਨ ਪੰਕਤੀਆਂ ਪੜ੍ਹਦੇ ਹਾਂ ਕਿ ਜਿਵੇਂ ਪਰਮੇਸ਼ਰ ਵਾਹਿਗੁਰੂ ਨੂੰ ਸਰਬ ਸਮਰੱਥ ਜਣਾਉਂਦਿਆਂ ਹੋਇਆਂ ਪਾਪਾਂ ਦਾ ਨਾਸ਼ ਕਰਨ ਵਾਲੇ, ਪਾਪਾਂ ਤੋਂ ਰੱਖਿਆ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਕੀਤੀਆਂ ਨੇ ਕਿ ਹਰ ਤੁਧਨੋ ਕਰਹਿ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਇਸ ਪ੍ਰਕਾਰ ਜਿਸ ਪਰਮੇਸ਼ਰ ਨੇ ਸਾਨੂੰ ਪਾਪਾਂ ਤੋਂ, ਇਹਨਾਂ ਮਾੜੇ ਕੁਕਰਮਾਂ ਤੋਂ ਬਚਾ ਲਿਆ, ਐਸੇ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਜਾਂ ਅਸੀਂ ਪਾਵਨ ਬਾਣੀ ਦੇ ਅੰਦਰ ਇਹ ਵੀ ਬਚਨ ਪੜ੍ਹਦੇ ਹਾਂ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਕਿ ਐਸੇ ਵਾਹਿਗੁਰੂ ਤੋਂ ਬਿਨਾਂ ਜਦੋਂ ਸਾਨੂੰ ਮਾਤਾ ਦੇ ਉਦਰ ਦੇ ਅੰਦਰ ਜਿਸ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ, ਸੰਸਾਰ ਦੇ ਅੰਦਰ ਸਾਨੂੰ ਰੋਜੀ ਰੋਟੀ ਦੇਣ ਵਾਲਾ ਹੈ, ਲੋਕ ਪਰਲੋਕ ਦੇ ਅੰਦਰ ਸਾਡੀ ਰੱਖਿਆ ਕਰਨ ਵਾਲਾ ਹੈ, ਐਸੇ ਵਾਹਿਗੁਰੂ ਨੂੰ ਤਾਕੋ ਕੀਜੈ ਸਾਧ ਨਮਸਕਾਰਾ। ਉਸ ਨੂੰ ਸਾਧ ਮੈਨੇ ਹਮੇਸ਼ਾ ਹੀ, ਭਾਵ ਜਨਮ ਤੋਂ ਲੈ ਕੇ ਮਰਦੇ ਦਮ ਤੱਕ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਕਰਦੇ ਰਹੋ। ਸੋ ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਇਸ ਪਾਵਨ ਬਾਣੀ ਹੈ ਇਸ ਦੇ ਅੰਦਰ ਵੀ ਨਮਸਕਾਰਾਂ ਕਰਦਿਆਂ ਹੋਇਆਂ ਨਾਲ ਜੋ ਉਸਤਤੀ ਰੂਪ ਦੇ ਬਚਨ ਹਨ ਉਹਨਾਂ ਨੂੰ ਉਚਾਰਨ ਕੀਤਾ ਹੈ। ਸੋ ਇਸ ਦੀ ਜੋ ਪਾਵਨ ਸੰਥਿਆ ਵਿਚਾਰ ਹੈ
ਅੱਗੇ ਆਪ ਜੀ ਸ਼ਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪ੍ਰਿਆਤ ਛੰਦ। ਹਾਂਜੀ, ਇਸ ਦਾ ਜਿਹੜਾ ਉਚਾਰਨ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਭੁਜੰਗ ਪ੍ਰਿਆਤ ਛੰਦ। ਜਿਹੜਾ ਭੁਜੰਗ ਸ਼ਬਦ ਹੈ ਇਹ ਭੱਬੇ ਨੂੰ ਔਂਕੜ, ਆਮ ਕਰਕੇ ਅਸੀਂ ਜੱਜੇ ਦੀ ਜਗ੍ਹਾ 'ਤੇ ਝੱਜਾ ਅੱਖਰ ਬੋਲ ਜਾਂਦੇ ਹਾਂ। ਇਸ ਲਈ ਧਿਆਨ ਦੇ ਨਾਲ ਵਿਚਾਲੇ ਜੱਜਾ ਅੱਖਰ ਬੋਲਣਾ, ਅੱਗੇ ਭੱਬਾ। ਭੁਜੰਗ ਪ੍ਰਿਆਤ, ਪ੍ਰਿਆਤ ਦਾ ਉਹੀ ਉਚਾਰਨ ਹੈ। ਇਸ ਨੂੰ ਬੋਲਣ ਲੱਗਿਆਂ ਪੱਪੇ ਪੈਰ 'ਚ ਰਾਰਾ, ਈੜੀ ਸਿਹਾਰੀ, ਐੜੇ ਨੂੰ ਕੰਨਾ ਤੱਤਾ। ਪ੍ਰਿਆਤ ਛੰਦ। ਹਾਂਜੀ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਨਮੋ ਦੇਵ ਦੇਵੇ ਅਪੇਖੀ ਅਭੇਵੇ। ਹਾਂਜੀ, ਇਸ ਦੇ ਅੰਦਰ ਪਿਛਲੀ ਸੰਥਿਆ ਦੇ ਅੰਦਰ ਵੀ ਨਮੋ ਪਾਠ ਕਈ ਵਾਰ ਆਇਆ। ਇਸ ਲਈ ਇਸ ਨੂੰ ਕਈ ਵਾਰ ਗੁਰਸਿੱਖ ਜਦੋਂ ਆਪਣੇ ਆਪ ਗੁਰਬਾਣੀ ਪੜ੍ਹਦੇ ਨੇ ਅਤੇ ਇਸ ਨੂੰ ਆਪਾਂ ਨਮੋ ਕਰ ਜਾਂਦੇ ਹਾਂ, ਜਾਣੀ ਕਿ ਨੰਨੇ ਔਰ ਮੰਮੇ ਦੇ ਵਿੱਚ ਡੈਸ਼ ਲਾਉਣੀ ਆਪਾਂ ਨੂੰ ਆਦਤ ਪੈ ਜਾਂਦੀ ਹੈ। ਇਸ ਲਈ ਇਸ ਨੂੰ ਬੜੇ ਧਿਆਨ ਦੇ ਨਾਲ ਇਕੱਠਾ ਪਾਠ ਬੋਲਣਾ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਅਤੇ ਜਿਹੜਾ ਸਮਸਤੀ ਪਾਠ ਹੈ ਇਸ ਨੂੰ ਸਮਸਤੀ ਨਹੀਂ ਬੋਲਣਾ। ਜਦੋਂ ਵੀ ਇਸ ਦਾ ਪਾਠ ਕਰਨਾ, ਸੰਥਿਆ ਪਕਾਉਣੀ, ਸੱਸੇ ਤੋਂ ਥੋੜ੍ਹਾ ਜਿਹਾ ਡੈਸ਼ ਲਾ ਕੇ ਮਸਤੀ, ਸਮਸਤੀ ਨਿਧਾਨੇ। ਅਤੇ ਆਮ ਕਰਕੇ ਦਸਮ ਬਾਣੀ ਜਿਹੜੀ ਹੈ ਇਸ ਨੂੰ ਕੱਸ ਕੇ ਸ਼ਬਦ ਬੋਲਣੇ ਜ਼ਿਆਦਾ ਆਉਂਦੇ ਨੇ। ਇਸ ਲਈ ਇੱਦਾਂ ਨਿਦਾਨੇ ਇੱਦਾਂ ਨਹੀਂ ਬੋਲਣਾ। ਸਮਸਤੀ ਨਿਧਾਨੇ। ਨਮੋ ਦੇਵ ਦੇਵੇ ਅਪੇਖੀ ਅਭੇਵੇ। ਇਸ ਤਰ੍ਹਾਂ ਖਿਆਲ ਦੇ ਨਾਲ ਪਾਠ ਕਰਾਂ। ਦੁਬਾਰਾ ਫਿਰ ਪੜ੍ਹਦੇ ਕਰੋ। ਨਮੋ ਸਰਬ ਮਾਨੇ। ਹਾਂ, ਸਰਬ ਦਾ ਜਿਹੜਾ ਬੱਬਾ ਬੜਾ ਧਿਆਨ ਦੇ ਨਾਲ ਬੋਲਣਾ, ਸਰਬ ਨਹੀਂ ਕਹਿਣਾ। ਨਮੋ ਸਰਬ ਮਾਨੇ, ਬੱਬੇ ਦੀ ਆਵਾਜ਼ ਆਵੇ ਪੋਲੇ ਜੇ ਬੁੱਲ੍ਹਾਂ ਨਾਲ। ਸਮਸਤੀ ਨਿਧਾਨੇ। ਨਮੋ ਦੇਵ ਦੇਵੇ ਅਪੇਖੀ ਅਭੇਵੇ। ਨਮੋ ਕਾਲ ਕਾਲੇ। ਨਮੋ ਸਰਬ ਪਾਲੇ। ਸਰਬ ਤੁਸੀਂ ਬਾਹਲਾ ਕੱਸ ਕੇ ਬੋਲਦੇ ਹੋ, ਇਸ ਲਈ ਥੋੜ੍ਹਾ ਜਿਹਾ ਇਸ ਦੇ ਉੱਪਰ ਧਿਆਨ ਦਿਓ। ਨਮੋ ਸਰਬ ਪਾਲੇ, ਪਾਲੇ ਪਾਠ ਕੱਸ ਕੇ ਬੋਲਣਾ। ਨਮੋ ਸਰਬ ਪਾਲੇ। ਨਮੋ ਸਰਬ ਗਾਉਣੇ। ਨਮੋ ਸਰਬ ਭਾਉਣੇ। ਹਾਂਜੀ, ਇਸ ਦੇ ਅੰਦਰ ਧਿਆਨ ਰੱਖਣਾ, ਪਿੱਛੇ ਜਿਹੜੇ ਇਹ ਪਾਠ ਆਏ ਸੀਗੇ ਉੱਥੇ ਇਹ ਗਾਉਣੇ ਨੰਨੇ ਦੇ ਨਾਲ ਛਪਿਆ ਹੋਇਆ ਸੀ, ਇੱਥੇ ਹੈ ਨਾਣੇ ਦੇ ਨਾਲ। ਇਸ ਲਈ ਪਿੱਛੇ ਵਾਲਾ ਨੰਨੇ ਦੇ ਨਾਲ ਹੀ ਨਹੀਂ ਬੋਲ ਦੇਣਾ, ਧਿਆਨ ਦੇ ਨਾਲ ਇੱਥੇ ਨਾਣੇ ਦੇ ਸਹਿਤ ਪਾਠ ਬੋਲਣੇ। ਨਮੋ ਸਰਬ ਗਾਉਣੇ। ਅਤੇ ਗਾਉਣੇ ਜਦੋਂ ਪਾਠ ਬੋਲਣਾ ਉਸ ਵੇਲੇ ਗੱਗਾ ਊੜੇ ਨੂੰ ਔਂਕੜ ਬੋਲਣਾ। ਆਮ ਕਰਕੇ ਗੌਣੇ ਕਹਿ ਦਿੱਤਾ ਜਾਂਦਾ, ਜਾਂ ਤਾਂ ਹੋੜਾ ਬੋਲ ਦਿੱਤਾ ਜਾਂਦਾ, ਜਾਂ ਗੱਗੇ ਨੂੰ ਕਨੌੜਾ। ਇਸ ਲਈ ਗੱਗਾ ਊੜੇ ਔਂਕੜ ਨਾਣੇ ਨੂੰ ਲਮਕਾ ਕੇ, ਜਾਣੀ ਕਿ ਊੜਾ ਪੂਰਾ ਬੋਲ ਕੇ ਇਸ ਨੂੰ ਬੋਲਣਾ। ਨਮੋ ਸਰਬ ਗਾਉਣੇ। ਨਮੋ ਸਰਬ ਭਾਉਣੇ। ਹਾਂਜੀ। ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ। ਹਾਂਜੀ, ਅਤੇ ਇਸ ਦੇ ਅੰਦਰ ਧਿਆਨ ਰੱਖਣਾ ਕਿ ਜਿਹੜਾ ਨਾਣਾ ਅੱਖਰ ਹੈ ਇਸ ਦਾ ਸ਼ੁੱਧ ਉਚਾਰਨ ਕਰਨਾ। ਇਹ ਨਾ ਹੋਵੇ ਕਿ ਨੰਨਾ ਅਤੇ ਨਾਣਾ ਮਿਕਸ ਜਿਹਾ ਬੋਲ ਦਿੱਤਾ ਜਾਵੇ। ਸ਼ੁੱਧ ਜਿਹੜਾ ਨਾਣੇ ਦੀ ਆਵਾਜ਼ ਆਵੇ। ਨਮੋ ਸਰਬ ਭਾਉਣੇ। ਅਤੇ ਅੱਗੇ ਪਾਠ ਹੈ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ। ਇਸ ਨੂੰ ਜਿਹੜਾ ਅਨਾਥੇ ਪ੍ਰਮਾਥੇ ਇਹ ਪਾਠ ਜਿਹੜੇ ਕੱਸ ਕੇ ਕਰਨੇ ਅਤੇ ਅੱਧੇ ਰਾਰਿਆਂ ਦਾ ਵਿਸ਼ੇਸ਼ ਧਿਆਨ ਰੱਖਣਾ। ਨਮੋ ਭਾਣ ਭਾਨੇ। ਨਮੋ ਮਾਨ ਮਾਨੇ। ਨਮੋ ਚੰਦਰ ਚੰਦਰੇ। ਨਮੋ ਭਾਣ ਭਾਨੇ। ਅਤੇ ਇਸ ਦੇ ਅੰਦਰ ਨਮੋ ਚੰਦਰ ਚੰਦਰੇ ਅੱਧੇ ਰਾਰੇ ਅੱਗੇ ਬਹੁਤ ਵਾਰ ਆਉਣੇ ਨੇ। ਇਸ ਲਈ ਅੱਧੇ ਰਾਰੇ ਨੂੰ ਬੋਲਣ ਦਾ ਤਰੀਕਾ ਹੁੰਦਾ ਕਿ ਉਹ ਪਾਠ ਕੱਸ ਕੇ ਬੋਲਣਾ ਪੈਂਦਾ ਹੈ। ਜਿਵੇਂ ਇੱਥੇ ਹੁਣ ਚੰਦਰ ਕੱਸ ਕੇ ਔਰ ਛੇਤੀ ਪਾਠ ਬੋਲਣਾ ਪੈਂਦਾ। ਜੇ ਅਸੀਂ ਥੋੜ੍ਹਾ ਜਿਹਾ ਲਮਕਾ ਦਿਆਂਗੇ ਅਤੇ ਉਹ ਅੱਧੇ ਰਾਰੇ ਦੀ ਜਗ੍ਹਾ 'ਤੇ ਪੂਰਾ ਰਾਰੇ ਦੀ ਆਵਾਜ਼ ਆ ਜਾਂਦੀ ਹੈ। ਇਸ ਲਈ ਅਸੀਂ ਨਮੋ ਚੰਦਰ ਚੰਦਰੇ ਪੜ੍ਹ ਜਾਂਦੇ ਹਾਂ, ਪਰ ਇੱਥੇ ਹੈ ਅੱਧੇ ਰਾਰੇ। ਇਸ ਲਈ ਛੇਤੀ ਔਰ ਕੱਸ ਕੇ ਪਾਠ ਬੋਲਣਾ। ਨਮੋ ਚੰਦਰ ਚੰਦਰੇ, ਇਸ ਤਰ੍ਹਾਂ ਇਸ ਦਾ ਸ਼ੁੱਧ ਉਚਾਰਨ ਹੋਵੇਗਾ। ਨਮੋ ਗੀਤ ਗੀਤੇ। ਨਮੋ ਤਾਨ ਤਾਨੇ। ਹਾਂਜੀ, ਇਹ ਵੀ ਜਿਹੜੇ ਪਾਠ ਨੇ ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਇਹ ਪਾਠ ਕੱਸ ਕੇ ਬੋਲਣੇ।
ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ। ਹਾਂਜੀ, ਇਸ ਦੇ ਅੰਦਰ ਵੀ ਆਮ ਜਿਹੜੇ ਗੁਟਕਾ ਸਾਹਿਬ ਛਪੇ ਹੁੰਦੇ ਨੇ ਉਹਨਾਂ ਦੇ ਅੰਦਰ ਇਹ ਜਿਹੜਾ ਪਾਠ ਨਮੋ ਨ੍ਰਿਤ, ਇੱਥੇ ਅੱਧਾ ਰਾਰਾ ਛਪਿਆ ਹੁੰਦਾ ਹੈ, ਪਰ ਇਸ ਦਾ ਜਿਹੜਾ ਸ਼ੁੱਧ ਰੂਪ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਜਾਂ ਪੁਰਾਤਨ ਜੋ ਹੱਥ ਲਿਖਤ ਬੀੜਾਂ ਨੇ ਉਹਨਾਂ ਅੰਦਰ ਇਹ ਜਿਹੜਾ ਜ਼ਿਆਦਾਤਰ ਜਿਹੜਾ ਅੱਧੇ ਰਾਰੇ ਦੀ ਜਗ੍ਹਾ 'ਤੇ ਪੂਰਾ ਰਾਰਾ ਆਉਂਦਾ ਹੈ। ਇਸ ਲਈ ਇਸ ਦਾ ਜਿਹੜਾ ਸ਼ੁੱਧ ਲਿਖਤੀ ਰੂਪ ਹੈ ਨੰਨੇ ਨੂੰ ਸਿਹਾਰੀ ਰਾਰਾ ਤੱਤਾ, ਅਤੇ ਇੱਥੇ ਅੱਧਕ ਵੀ ਨਹੀਂ ਉੱਪਰ ਛਪਿਆ ਹੁੰਦਾ। ਦੁਬਾਰਾ ਇਸ ਦਾ ਜਿਹੜਾ ਉਚਾਰਨ ਮੈਂ ਬੋਲ ਕੇ ਦੱਸ ਦਿੰਦਾ, ਨਮੋ ਨਿਰਤ ਨੰਨੇ ਨੂੰ ਸਿਹਾਰੀ ਰਾਰਾ ਤੱਤਾ, ਅਤੇ ਉਸ ਤੋਂ ਅੱਗੇ ਹੈ ਨੰਨੇ ਨੂੰ ਸਿਹਾਰੀ ਰਾਰਾ ਤੱਤੇ ਲਾਂ। ਇਸ ਤਰ੍ਹਾਂ ਇਸ ਦਾ ਲਿਖਤੀ ਰੂਪ ਸ਼ੁੱਧ ਰੂਪ ਇਹ ਹੈ। ਇਸ ਲਈ ਜਦੋਂ ਵੀ ਪਾਠ ਕਰਨਾ ਇਸ ਨੂੰ ਇੱਦਾਂ ਸ਼ੁੱਧ ਰੂਪ ਦੇ ਅੰਦਰ ਪਕਾ ਲੈਣਾ, ਨਮੋ ਨਿਰਤ ਨਿਰਤੇ, ਪੂਰੇ ਰਾਰੇ ਦੇ ਨਾਲ ਇਹ ਪਾਠ ਸ਼ੁੱਧ ਹੈ। ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ। ਹਾਂਜੀ, ਇਸ ਦੇ ਅੰਦਰ ਇਹ ਫੇਰ ਪਾਠ ਆਇਆ ਸਮਸਤੀ 2 ਵਾਰੀ, ਇਹ ਧਿਆਨ ਦੇ ਨਾਲ ਬੋਲਣਾ, ਸਮਸਤੀ ਨਹੀਂ ਬੋਲ ਦੇਣਾ। ਇਸ ਲਈ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ, ਇਹ ਜਿਹੜਾ ਪਾਠ ਹੈ ਇਸ ਨੂੰ ਅੱਧੇ ਰਾਰਿਆਂ ਦੇ ਸਹਿਤ ਬੋਲਣਾ। ਅਤੇ ਅੱਗੇ ਹੈ ਸਮਸਤੀ ਵਿਭੂਤੇ, ਇਹ ਜਦੋਂ ਵਿਭੂਤੇ ਪਾਠ ਬੋਲਣਾ, ਇੱਥੇ ਬੱਬੇ ਨੂੰ ਹੈ ਸਿਹਾਰੀ। ਆਮ ਕਰਕੇ ਜਾਂ ਤਾਂ ਅਸੀਂ ਵਿਭੂਤੇ ਕਹਿ ਜਾਂਦੇ ਹਾਂ ਵੀ ਸਿਹਾਰੀ ਅਸੀਂ ਸਾਡੇ ਕੋਲ ਬੋਲੀ ਨਹੀਂ ਜਾਂਦੀ। ਜੇ ਅਸੀਂ ਬੋਲਦੇ ਹਾਂ ਅਤੇ ਉਸ ਨੂੰ ਜਾਂ ਤਾਂ ਜਿਹੜੀ ਹਿੰਦੀ ਦੀ ਛੋਟੀ ਈ ਦੀ ਮਾਤਰਾ ਹੁੰਦੀ ਹੈ ਅਸੀਂ ਵਿਭੂਤੇ ਕਹਿ ਜਾਂਦੇ ਹਾਂ। ਇਸ ਲਈ ਬੱਬੇ ਨੂੰ ਸਿਹਾਰੀ ਪੰਜਾਬੀ ਵਾਲੀ ਬੋਲਣੀ ਆ, ਸਮਸਤੀ ਵਿਭੂਤੇ ਡੈਸ਼ ਲਾ ਕੇ ਵਿਭੂਤੇ ਬੋਲਣਾ। ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ। ਹਾਂਜੀ, ਇਹ ਜਿਹੜਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਇਸ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਕਿ ਇਹ ਛਪਿਆ ਕਿਸੇ ਹੋਰ ਤਰੀਕੇ ਦੇ ਨਾਲ ਹੁੰਦਾ ਔਰ ਪੜ੍ਹਨਾ ਕਿਸੇ ਹੋਰ ਤਰੀਕੇ ਨਾਲ। ਜਿਵੇਂ ਆਮ ਜਿਹੜੇ ਗੁਟਕਾ ਸਾਹਿਬ ਨੇ, ਵਿਸ਼ੇਸ਼ ਕਰਕੇ ਜ਼ਿਆਦਾ ਜਿਹੜੇ ਗੁਟਕਾ ਸਾਹਿਬ ਨੇ ਉਹਨਾਂ ਵਿੱਚ ਇਹ ਗਲਤ ਪਾਠ ਛਪਿਆ ਹੁੰਦਾ ਅਤੇ ਕੋਈ ਜਿਹੜੇ ਸੰਪਰਦਾਇ, ਜਿਵੇਂ ਸੰਪਰਦਾਇ ਭਿੰਡਰਾਂ ਵੱਲੋਂ ਜੋ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੇ ਜੋ ਗੁਟਕਾ ਸਾਹਿਬ ਛਪਾਇਆ ਹੈ ਉਸ ਦੇ ਅੰਦਰ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਜਿਵੇਂ ਇਹ ਜਿਹੜਾ ਪਾਠ ਹੈ ਇਹ ਲਿਖਣ ਦੇ ਵਿੱਚ ਪਹਿਲਾਂ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਕਿਵੇਂ ਹੁੰਦਾ। ਜਿਵੇਂ ਆਪ ਜੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਇਸ ਦਾ ਲਿਖਤੀ ਰੂਪ ਇੱਦਾਂ ਹੁੰਦਾ ਕਿ ਕਲੰਕੰ ਬਿਨਾਨੇ, ਫਿਰ ਅੱਗੇ 2 ਡੰਡੀਆਂ, ਕਲੰਕੀ ਸਰੂਪੇ, ਲਿਖਤੀ ਰੂਪ ਇੱਦਾਂ ਹੁੰਦਾ। ਪਰ ਇਸ ਨੂੰ ਪੜ੍ਹਨਾ, ਇਸ ਦਾ ਉਚਾਰਨ ਕਰਨਾ, ਕਿਉਂਕਿ ਇਹ ਜਿਹੜੀ ਚੀਜ਼ ਪਿੰਗਲ ਦੇ ਅਨੁਸਾਰ ਜਿਵੇਂ ਭੁਜੰਗ ਪ੍ਰਿਆਤ ਦੀਆਂ ਜਿਹੜੀਆਂ ਮਾਤਰਾਵਾਂ ਨੇ ਉਸ ਦੇ ਅਨੁਸਾਰ ਇਸ ਦਾ ਜਿਹੜਾ ਲਿਖਤੀ ਰੂਪ ਇੱਦਾਂ ਹੀ ਹੁੰਦਾ, ਕਲੰਕੰ ਬਿਨਾਨੇ ਕਲੰਕੀ ਸਰੂਪੇ। ਪਰ ਇਸ ਨੂੰ ਜਿਹੜਾ ਜਦੋਂ ਪਾਠ ਕਰਨਾ ਜਾਂ ਸੰਥਿਆ ਪਕਾਉਣੀ ਹੈ ਉਦੋਂ ਇਸ ਦਾ ਉਚਾਰਨ ਕਰਨਾ ਕਲੰਕੰ ਬਿਨਾ, ਫਿਰ ਨੰਨਾ ਜਿਹੜਾ ਅੱਗੇ ਲੱਗੇਗਾ ਨੇ ਕਲੰਕੀ ਸਰੂਪੇ, ਲਿਖਤੀ ਰੂਪ ਇੱਦਾਂ ਹੀ ਰਹਿਣ ਦੇਣਾ, ਕਲੰਕੰ ਬਿਨਾਨੇ ਅੱਗੇ 2 ਡੰਡੀਆਂ ਜਿਸ ਨੂੰ ਆਪਾਂ ਪੂਰਨ ਵਿਸ਼ਰਾਮ ਕਹਿ ਦਿੰਦੇ ਹਾਂ, ਅਤੇ ਕਲੰਕੀ ਸਰੂਪੇ ਲਿਖਤੀ ਰੂਪ ਇੱਦਾਂ ਹੀ ਹੋਵੇਗਾ ਜੋ ਭੁਜੰਗ ਪ੍ਰਿਆਤ ਦੀਆਂ ਮਾਤਰਾ ਦੇ ਅਨੁਸਾਰ ਹੈ। ਪਰ ਇਸ ਦਾ ਅਰਥ ਵਾਸਤੇ ਨੇ ਦਾ ਅਰਥ ਹੁੰਦਾ ਹੈ ਰਹਿਤ, ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨੇ ਕਲੰਕੀ ਸਰੂਪੇ, ਉਸ ਦਾ ਜਿਹੜਾ ਸਰੂਪ ਕਿਵੇਂ ਹੈ ਉਹ ਕਲੰਕੀ ਨੇ ਮੈਨੇ ਪਾਪਾਂ ਤੋਂ ਰਹਿਤ ਹੈ। ਜਾਂ ਫਿਰ ਜਿਹੜੇ ਵਿਸ਼ੇਸ਼ ਪਾਪਾਂ ਕਰਕੇ ਕਲੰਕੀ ਰੂਪ ਹੋਏ ਨੇ, ਐਸੇ ਜਿਹੜੇ ਮਨੁੱਖ ਨੇ ਜਿਨ੍ਹਾਂ ਨੂੰ ਪਾਪ ਬਹੁਤ ਚਿੰਬੜੇ ਹੋਏ ਨੇ ਉਹਨਾਂ ਨੂੰ ਕਲੰਕਾਂ ਤੋਂ ਰਹਿਤ ਕਰਨ ਵਾਲਾ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ। ਇਸ ਲਈ ਇਹ ਇਸ ਦੇ ਅਰਥ ਨੇ। ਇਸ ਲਈ ਧਿਆਨ ਦੇ ਨਾਲ, ਕਿਉਂਕਿ ਕਈ ਵਾਰ ਗੁਟਕਾ ਸਾਹਿਬ ਦੇ ਅੰਦਰ ਕਈ ਸੰਪਰਦਾਵਾਂ ਇਹਨਾਂ ਚੀਜ਼ਾਂ ਨੂੰ ਮੇਸ ਦਿੰਦੇ ਨੇ, ਪਰ ਜਦੋਂ ਕੋਈ ਬਾਹਰੀ ਮੱਤ ਦਾ ਮਨੁੱਖ ਇਸ ਬਾਣੀ ਨੂੰ ਪੜ੍ਹੇਗਾ ਅਤੇ ਉਹਨੇ ਜਦੋਂ ਇਹ ਛੰਦ ਪੜ੍ਹਿਆ ਅਤੇ ਹੋ ਸਕਦਾ ਕਿ ਜਿਸ ਪੁਸਤਕ ਨੂੰ, ਜਿਸ ਗੁਟਕਾ ਸਾਹਿਬ ਨੂੰ ਕੋਈ ਬਾਹਰਲੀ ਮੱਤ ਦਾ, ਹੋਰ ਮੱਤ ਦਾ ਵਿਦਵਾਨ ਪੜ੍ਹੇ
ਤੇ ਉਸ ਨੂੰ ਇਸ ਜਦੋਂ ਇਹ ਛੰਦ ਪੜ੍ਹੇਗਾ ਤੇ ਉਸ ਨੂੰ ਜੇ ਇੱਥੇ ਡੰਡੀਆਂ ਨਾ ਮਿਲੀਆਂ ਤਾਂ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਆਵੇਗੀ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਭੁਜੰਗ ਪ੍ਰਿਆਤ ਛੰਦ ਹੈ ਉਸ ਦੀ ਜਿਹੜੀ ਰੀਤੀ ਹੈ, ਉਸ ਦਾ ਜਿਹੜਾ ਨਾਪ ਤੋਲ, ਉਸ ਦਾ ਜਿਹੜੀ ਚਾਲ ਹੈ ਤੇ ਉਸ ਦਾ ਜਿਹੜਾ ਵਜ਼ਨ ਉਹ ਪੂਰਾ ਨਹੀਂ ਰੱਖਿਆ। ਇਸ ਲਈ ਉਹ ਸੋਚੇਗਾ ਕਿ ਸਤਿਗੁਰੂ ਜੀ ਨੂੰ ਪੂਰਾ ਗਿਆਨ ਨਹੀਂ ਸੀ। ਇਸ ਲਈ ਇਸ ਦਾ ਜਿਹੜਾ ਸ਼ੁੱਧ ਰੂਪ ਹੈ, ਲਿਖਤੀ ਰੂਪ ਇੱਦਾਂ ਹੀ ਰਹਿਣ ਦੇਣਾ, ਕਲੰਕੰ ਬਿਨਾਨੇ ਕਲੰਕੀ ਸਰੂਪੇ। ਪਰ ਜਦੋਂ ਇਸ ਨੂੰ ਪਾਠ ਕਰਨਾ ਉਦੋਂ ਇੱਦਾਂ ਹੀ ਕਰਨਾ, ਕਲੰਕੰ ਬਿਨਾ, ਇੱਥੇ ਵਿਸ਼ਰਾਮ ਲਾਉਣਾ, ਫਿਰ ਕਹਿਣਾ ਨੇ ਕਲੰਕੀ ਸਰੂਪੇ। ਕਈ ਵਾਰ ਇਹ ਵਿਚਾਰ ਸਵਾਲ ਆਉਂਦੇ ਨੇ ਕਿ ਇਸ ਚੀਜ਼ ਦਾ ਪ੍ਰਮਾਣ ਕਿੱਥੇ ਮਿਲਦਾ ਹੈ। ਫਿਰ ਜਦੋਂ ਅਸੀਂ ਆਦਿ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖਦੇ ਹਾਂ, ਉਸ ਦੇ ਅੰਦਰ ਜਦੋਂ ਸਹਿਸਕ੍ਰਿਤੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਜੋ ਪਾਵਨ ਬਚਨ ਉਚਾਰਨ ਕੀਤੇ ਹੋਏ ਨੇ, ਉਸ ਦੇ ਅੰਦਰ ਵੀ ਇਹ ਬਚਨ ਆਉਂਦੇ ਨੇ ਕਿ 65ਵੇਂ ਸ਼ਲੋਕ ਦੇ ਅੰਦਰ ਕਿ ਆਤਮ ਰਤੰ ਸੰਸਾਰ, ਇੱਥੇ ਡੰਡੀਆਂ ਲੱਗੀਆਂ ਹੋਈਆਂ ਨੇ। ਅੱਗੇ ਪਾਠ ਹੈ ਗਹਨਤੇ ਨਰ ਨਾਨਕ ਨਿਹਫਲ ਹੈ। ਤੇ ਪਰ ਇਸ ਦਾ ਜਿਹੜਾ ਲਿਖਤੀ ਰੂਪ ਇੱਦਾਂ ਹੈ, ਸੰਸਾਰ ਦੇ ਉੱਪਰ 2 ਡੰਡੀਆਂ ਨੇ। ਪਰ ਜਦੋਂ ਵੀ ਕੋਈ ਸੰਪਰਦਾ ਦੇ ਵਿੱਚ ਪੜ੍ਹਾਇਆ ਜਾਂਦਾ ਜਾਂ ਗ੍ਰੰਥੀ ਸਾਹਿਬਾਨ, ਪਾਠੀ ਸਾਹਿਬਾਨ ਪਾਠ ਕਰਦੇ ਨੇ, ਉਦੋਂ ਇਹ ਪਾਠ ਕੀਤਾ ਜਾਂਦਾ ਹੈ ਆਤਮ ਰਤੰ ਸੰਸਾਰ ਗਹਨ ਤੇ ਨਰ ਨਾਨਕ ਨਿਹਫਲ ਹੈ। ਇਸ ਤਰ੍ਹਾਂ ਇਸ ਦਾ ਵਿਸ਼ਰਾਮ ਲਾ ਕੇ ਪਾਠ ਕੀਤਾ ਜਾਂਦਾ ਹੈ। ਇਸ ਲਈ ਇਸੇ ਤਰ੍ਹਾਂ ਹੀ ਇੱਥੇ ਜੋ ਜਾਪ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਵੀ ਲਿਖਤੀ ਰੂਪ ਇੱਦਾਂ ਹੀ ਰਹਿਣ ਦੇਣਾ ਜਿਵੇਂ ਆਪ ਜੀ ਸਕਰੀਨ ਦੇ ਉੱਪਰ ਦੇਖ ਰਹੇ ਹੋ, ਕਲੰਕੰ ਬਿਨਾ ਕਲੰਕੰ ਬਿਨਾਨੇ ਕਲੰਕੀ ਸਰੂਪੇ। ਪਰ ਜਦੋਂ ਵੀ ਇਸ ਦਾ ਗੁਰਬਾਣੀ ਦਾ ਪਾਠ ਕਰਨਾ ਇਸੇ ਤਰ੍ਹਾਂ ਕਰਨਾ ਜਿਵੇਂ ਆਪ ਜੀ ਨੇ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ, ਕਲੰਕੰ ਬਿਨਾ ਨੇ ਕਲੰਕੀ ਸਰੂਪੇ। ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਇਸੇ ਤਰ੍ਹਾਂ ਹੀ ਅੱਗੇ ਜਿਹੜਾ ਪੰਕਤੀ ਹੈ ਇਸ ਦੇ ਅੰਦਰ ਵੀ ਜਿਹੜਾ ਲਿਖਤੀ ਰੂਪ ਇੱਦਾਂ ਹੀ ਹੈ ਜਿਵੇਂ ਆਪ ਜੀ ਸਕਰੀਨ ਦੇ ਉੱਪਰ ਦੇਖ ਰਹੇ ਹੋ, ਨਮੋ ਰਾਜ ਰਾਜੇ, ਅੱਗੇ ਹੈ ਸੁਰੰਗ ਪਰਮ ਰੂਪੇ। ਲਿਖਤੀ ਰੂਪ ਇੱਦਾਂ ਹੈ, ਪਰ ਜਦੋਂ ਵੀ ਇਸ ਦਾ ਪਾਠ ਕਰਨਾ ਉਦੋਂ ਇਸੇ ਪ੍ਰਕਾਰ ਹੀ ਪੜ੍ਹਨਾ, ਨਮੋ ਰਾਜ ਰਾਜੇਸ਼ਵਰੰ, ਰਾਜੇਸ਼ਵਰੰ ਨੂੰ ਇਕੱਠਾ ਕਰ ਦੇਣਾ। ਇਸ ਦਾ ਜਿਹੜਾ ਲਿਖਤੀ ਰੂਪ ਇੱਦਾਂ ਹੋਵੇਗਾ ਜਦੋਂ ਉਚਾਰਨ ਕਰਨਾ, ਰਾਰੇ ਨੂੰ ਕੰਨਾ, ਜੱਜੇ ਲਾਂ, ਸੱਸੇ ਔਂਕੜ ਐੜਾ, ਰਾਰੇ ਟਿੱਪੀ, ਰਾਜੇਸ਼ਵਰੰ। ਦੁਬਾਰਾ ਮੈਂ ਫੇਰ ਬੋਲ ਦਿੰਦਾ, ਰਾਰੇ ਨੂੰ ਕੰਨਾ, ਜੱਜੇ ਲਾਂ, ਸੱਸੇ ਔਂਕੜ ਐੜਾ, ਰਾਰੇ ਟਿੱਪੀ। ਇਹ ਪਾਠ ਇਕੱਠਾ ਬੋਲਿਆ ਜਾਵੇਗਾ ਜਦੋਂ ਪਾਠ ਕਰਨਾ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਹਾਂਜੀ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ। ਹਾਂ, ਨਮੋ ਜੋਗ ਜੋਗੇਸ਼ਵਰੰ। ਇਸੇ ਤਰ੍ਹਾਂ ਹੀ ਇੱਥੇ ਹੈ ਵੀ ਜੋਗੇ ਦੇ ਉੱਪਰ 2 ਡੰਡੀਆਂ ਨੇ, ਅੱਗੇ ਹੈ ਸੁਰੰਗ ਪਰਮ ਸਿੱਧੇ। ਪਰ ਇਸ ਨੂੰ ਜਦੋਂ ਇਸ ਦਾ ਪਾਠ ਕਰਨਾ, ਉਚਾਰਨ ਕਰਨਾ ਇਸੇ ਪ੍ਰਕਾਰ ਹੀ ਕਰਨਾ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ। ਸਿੱਧੇ ਪਾਠ ਕੱਸ ਕੇ ਕਰਨਾ ਧੱਦੇ ਦੇ ਸਹਿਤ। ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਹਾਂ, ਥੋੜ੍ਹਾ ਜਿਹਾ ਇਸ ਨੂੰ ਵਧੀਆ ਤਰੀਕੇ ਦੇ ਨਾਲ ਦੁਬਾਰਾ ਪੜ੍ਹਿਓ, ਨਮੋ ਰਾਜ ਰਾਜੇ। ਛਪਣ ਦੇ ਵਿੱਚ ਇੱਦਾਂ ਹੀ ਪਾਠ ਹੈ, ਪਰ ਇਸ ਨੂੰ ਬੋਲਣ ਲੱਗਿਆਂ, ਇਸ ਦਾ ਸੰਥਿਆ ਪਕਾਉਣ ਲੱਗਿਆਂ ਪਾਠ ਇੱਦਾਂ ਕਰਨਾ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਤੇ ਇੱਥੇ ਇੱਕ ਧਿਆਨ ਰੱਖਣਾ, ਜਦੋਂ ਸੁਰੰਗ ਕਹਿਣਾ ਉਦੋਂ ਐੜੇ ਦੀ ਆਵਾਜ਼ ਹੀ ਆਵੇ, ਕਿਉਂਕਿ ਜਿਹੜਾ ਪੈਰ ਦੇ ਵਿੱਚ ਵਾਵਾ ਅੱਖਰ ਛਪਿਆ ਹੈ ਇਸ ਦਾ ਐੜਾ ਬਣੇਗਾ। ਕਈ ਵਾਰ ਅਸੀਂ ਅੱਧਾ ਐੜਾ ਜਿਹਾ ਬੋਲ ਜਾਂਦੇ ਹਾਂ, ਅੱਧਾ ਵਾਵਾ। ਸ਼ੁੱਧ ਰੂਪ ਦੇ ਅੰਦਰ ਐੜੇ ਦੀ ਆਵਾਜ਼ ਆਵੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਬ੍ਰਿਧੇ ਜਿਹੜਾ ਪੈਰ ਦੇ ਵਿੱਚ ਰਾਰਾ ਹੋਣ ਕਰਕੇ ਛੇਤੀ ਬੋਲਣਾ, ਪਰਮ ਬ੍ਰਿਧੇ। ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਤੁਸੀਂ ਗਲਤੀ ਕਰ ਰਹੇ ਹੋ, ਸੁਰਮ ਨਹੀਂ ਕਹਿਣਾ, ਨਮੋ ਰਾਜ ਰਾਜੇਸ਼ਵਰੰ। ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਾਸਤਰ ਪਾਣੇ
ਨਮੋ ਅਸਤਰ ਮਾਣੇ। ਹਾਂ, ਇਸ ਨੂੰ ਸਿੱਧਾ ਹੀ ਇਕੱਠਾ ਹੀ ਬੋਲਣਾ, ਡੈਸ਼ ਨਹੀਂ ਲਾਉਣੀ। ਨਮੋ ਸ਼ਸਤਰ ਪਾਣੇ, ਸ਼ਸਤਰ ਦੇ ਤੱਤੇ ਨੂੰ ਅੱਧਾ ਰਾਰਾ ਛਪਿਆ ਹੋਣ ਕਰਕੇ ਛੇਤੀ ਪਾਠ ਬੋਲਣਾ। ਨਮੋ ਸ਼ਸਤਰ ਪਾਣੇ, ਪਾਣੇ ਨਾਣੇ ਦੇ ਵਿਸ਼ੇਸ਼ ਧਿਆਨ ਰੱਖ ਕੇ ਇਸ ਨੂੰ ਬੋਲਣਾ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਹਾਂਜੀ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਹਾਂਜੀ, ਇਸ ਦੇ ਅੰਦਰ ਵੀ ਨਮੋ ਪਰਮ ਗਿਆਤਾ, ਗਿਆਤਾ ਪਾਠ ਜਿਹੜਾ ਇਸ ਨੂੰ ਕੱਸ ਕੇ ਬੋਲਣਾ। ਅਤੇ ਨਮੋ ਲੋਕ ਮਾਤਾ, ਮਾਤਾ ਪਾਠ ਪੋਲਾ ਬੋਲਣਾ, ਕਿਉਂਕਿ ਜੇ ਅਸੀਂ ਮਾਤਾ ਕਹਾਂਗੇ ਤਾਂ ਮਾਤਾ ਦਾ ਅਰਥ ਹੁੰਦਾ ਹੈ ਮਸਤ ਹੋਣਾ, ਜਿਵੇਂ ਹਾਥੀ ਮਸਤ ਹੋਏ, ਪਰ ਇੱਥੇ ਅਰਥ ਹੈ ਮਾਤਾ। ਤਾਂ ਕਰਕੇ ਜਿਹੜਾ ਪਾਠ ਹੈ, ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵੀ ਇਹ ਪਾਵਨ ਬਚਨ ਆਉਂਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਹੀ ਮਾਤਾ ਪਿਤਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਸ ਪ੍ਰਕਾਰ ਉਹੀ ਇੱਥੇ ਬਚਨ ਇੱਕੋ ਇੱਕ ਮਿਕਤਾ ਬਾਣੀ ਦੇ ਵਿੱਚ ਹੋਣ ਕਰਕੇ ਸਤਿਗੁਰਾਂ ਨੇ ਉਚਾਰਨ ਕੀਤੇ ਹੈ ਕਿ ਉਹ ਜਿਹੜੀ ਕੋਈ ਇੱਥੇ ਦੇਵੀ ਦਾ ਅਰਥ ਨਹੀਂ ਕਿ ਜਿਹੜੀ ਦੇਵੀ ਹੈ ਉਹ ਇਸ ਸੰਸਾਰ ਦੀ ਮਾਤਾ ਹੈ। ਇੱਥੇ ਪਰਮੇਸ਼ਰ ਵਾਹਿਗੁਰੂ ਨੂੰ ਹੀ ਮਾਤਾ ਪਿਤਾ ਆਖਿਆ ਗਿਆ, ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਚਨ ਆਏ ਨੇ। ਸੋ ਇਸੇ ਪ੍ਰਕਾਰ ਇਸ ਨੂੰ ਨਮੋ ਲੋਕ ਮਾਤਾ ਪੋਲਾ ਪਾਠ ਬੋਲਣਾ। ਹਾਂਜੀ। ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਇਸੇ ਤਰ੍ਹਾਂ ਹੀ ਇਹ ਜਿਹੜਾ ਪਾਠ ਬੋਲਣਾ, ਨਮੋ ਜੋਗ ਜੋਗੇ, ਇੱਥੇ ਦੋ ਡੰਡੀਆਂ ਨੇ, ਅੱਗੇ ਹੈ ਸੁਰੰਗ ਪਰਮ ਜੁਗਤੇ, ਪਰ ਇਸ ਨੂੰ ਪੜ੍ਹਨ ਲੱਗਿਆਂ ਇਕੱਠਾ ਪਾਠ ਬੋਲਣਾ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਜਦੋਂ ਜੁਗਤੇ ਪਾਠ ਬੋਲਣਾ, ਵਿਚਾਲੇ ਜਿਹੜਾ ਗੱਗਾ ਅੱਖਰ ਛਪਿਆ ਇਸ ਨੂੰ ਸ਼ੁੱਧ ਬੋਲਣਾ, ਜੁਗਤੇ ਨਹੀਂ ਕਹਿਣਾ। ਜੇ ਜੁਗਤੇ ਕਹਾਂਗੇ ਅੱਧਾ ਗੱਗਾ ਬੋਲਿਆ ਜਾਏਗਾ, ਅੱਧਾ ਕੱਕਾ, ਇਸ ਲਈ ਪੂਰਾ ਗੱਗਾ ਅੱਖਰ ਬੋਲਣਾ ਧਿਆਨ ਦੇ ਨਾਲ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਇਸ ਦੇ ਅੰਦਰ ਵੀ ਇਹ ਜਿਹੜਾ ਪਾਠ ਹੈ, ਨਮੋ ਨਿਤ ਨਾਰਾਇਣੇ, ਨਾਰਾਇਣੇ ਪਾਠ ਜਿਹੜਾ ਹੈ ਨਿਤ ਕੱਸ ਕੇ ਬੋਲਣਾ ਅਤੇ ਨਾਰਾਇਣੇ ਨੰਨੇ ਨੂੰ ਕੰਨਾ ਵਿਸ਼ੇਸ਼ ਕਰਕੇ ਬੋਲਣਾ, ਕਿਉਂਕਿ ਆਮ ਕੰਨੇ ਬੋਲਣ ਦੀ ਆਦਤ ਸਾਨੂੰ ਬਹੁਤ ਘੱਟ ਹੁੰਦੀ ਹੈ। ਨਾਰਾਇਣੇ, ਅਤੇ ਇੱਥੇ ਇੱਕ ਧਿਆਨ ਰੱਖਣਾ, ਨਾਰਾਇਣੇ ਨਾ ਬਣ ਜੇ, ਯਾਨੀ ਕਿ ਈੜੀ ਤੋਂ ਬਾਅਦ ਐੜਾ ਨਾ ਬੋਲਿਆ ਜਾਵੇ, ਸਿੱਧਾ ਹੀ ਬੋਲਣਾ ਨਾਰਾਇਣੇ। ਅੱਗੇ ਹੈ ਕਰੂਰ, ਕਰੂਰ ਅੱਧਾ ਰਾਰਾ ਹੋਣ ਕਰਕੇ ਛੇਤੀ ਪਾਠ ਬੋਲਣਾ। ਕਰੂਰ ਕਰਮੇ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ। ਇਹ ਜਿਹੜਾ ਪਾਠ ਹੈ ਇਹ ਵੀ ਛੇਤੀ ਬੋਲਣੇ, ਅੱਧੇ ਰਾਰੇ ਹੋਣ ਕਰਕੇ। ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ, ਇਹ ਜਿਹੜਾ ਅੱਧੇ ਰਾਰੇ ਹੋਣ ਕਰਕੇ ਧਿਆਨ ਦੇ ਨਾਲ ਪਾਠ ਬੋਲਣਾ। ਨਮੋ ਪ੍ਰੇਤ ਅਪ੍ਰੇਤ, ਅਤੇ ਅੱਗੇ ਹੈ ਦੇਵੇ ਸੁਧਰਮੇ। ਸੁਧਰਮੇ ਜਿਹੜਾ ਪਾਠ ਇਕੱਠਾ ਹੈ, ਸੱਸੇ ਤੋਂ ਡੈਸ਼ ਲਾ ਕੇ ਸੁਧਰਮੇ ਇਕੱਠਾ ਪਾਠ ਬੋਲਣਾ। ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ। ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰ, ਨਮੋ ਭੂਪ ਭੂਪੇ। ਸੋ ਇਸ ਪ੍ਰਕਾਰ ਇਹ ਜਿਹੜੇ ਪਾਠ ਨੇ, ਨਮੋ ਰੋਗ ਹਰਤਾ, ਰੋਗ ਦਾ ਜਿਹੜਾ ਗੱਗਾ ਇਹ ਸ਼ੁੱਧ ਰੂਪ ਦੇ ਵਿੱਚ ਬੋਲਣਾ। ਅੱਗੇ ਹੈ ਨਮੋ ਰਾਗ ਰੂਪੇ, ਰੂਪੇ ਜਿਹੜਾ ਰੂਪੇ ਨੂੰ ਦਲੈਂਕੜ ਨੇ ਉਹ ਵਿਸ਼ੇਸ਼ ਕਰਕੇ ਬੋਲਣੇ। ਨਮੋ ਸਾਹ ਸਾਹੰ, ਇਹ ਜਿਹੜਾ ਪਾਠ ਹੈ ਇਸ ਨੂੰ ਸਾਹਾ ਨਹੀਂ ਬੋਲ ਦੇਣਾ, ਜਦੋਂ ਵੀ ਬੋਲਣਾ ਨਮੋ ਸਾਹ, ਹਾਹੇ ਨੂੰ ਮੁਕਤਾ ਰੱਖਣਾ। ਅਤੇ ਅੱਗੇ ਹੈ ਸਾਹੰ, ਸਾਹੰ ਟਿੱਪੀ ਦੀ ਬਹੁਤ ਵਿਸ਼ੇਸ਼ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ, ਨਹੀਂ ਤਾਂ ਆਮ ਅਸੀਂ ਇਸ ਨੂੰ ਟਿੱਪੀ ਨੂੰ ਗੱਗੇ ਰੂਪ ਦੇ ਵਿੱਚ ਬੋਲੀ ਜਾਂਦੇ ਹਾਂ। ਇਸ ਲਈ ਨਮੋ ਸਾਹ ਸਾਹੰ, ਨਮੋ ਭੂਪ ਭੂਪੇ। ਸੋ ਇਸ ਪ੍ਰਕਾਰ ਇਸ ਦਾ ਜਿਹੜਾ ਮੂਲ ਪਾਠ ਹੈ ਉਹ ਇੱਕ ਵਾਰ ਕਰਕੇ ਸਮਾਪਤੀ ਕਰ ਦੇਵਾਂਗੇ। ਵਾਹਿਗੁਰੂ ਸਾਹਿਬ ਜੀ
ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਭੇਵੇ। ਨਮੋ ਕਾਲ ਕਾਲੇ ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ। ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ ਨਮੋ ਮਾਨ ਮਾਨੇ। ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ, ਨਮੋ ਗੀਤ ਗੀਤੇ ਨਮੋ ਤਾਨ ਤਾਨੇ। ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ, ਨਮੋ ਪਾਨ ਪਾਨੇ ਨਮੋ ਬਾਦ ਬਾਦੇ। ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ। ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ ਨਮੋ ਲੋਕ ਮਾਤਾ। ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ। ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸਾਹ ਸਾਹੰ ਨਮੋ ਭੂਪ ਭੂਪੇ। ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸਾਹ ਸਾਹੰ ਨਮੋ ਭੂਪ ਭੂਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।